बड़े लंबे समय तो पंजाब ਅਤੇ हरियाणे ਦੇ ਵਿੱਚ जो कि ਵੱਡੇ ਤੇ छोटे भरा ने कई तरह ਦੀਆਂ ਤਰੇੜਾਂ ਪਾਈਆਂ ਸਨ ਆਪੋ ਆਪਣੀ ਸਰਕਾਰਾਂ ਬਣਾਉਣ ਨੂੰ ਲੋਕਾਂ ਦੀਆਂ ਵੋਟਾਂ ਲੈਣ ਨੂੰ। ਪਰ ਇਹਨਾਂ ਕਿਸਾਨ ਬਿੱਲਾਂ ਦੇ ਉਹ ਸਾਰੀਆਂ ਤਰੇੜਾਂ ਉਹ ਖਾਈਆਂ ਭਰ ਕੇ ਇੱਕ ਨਵੀਂ ਨਿੱਘ ਨਵਾਂ ਪਿਆਰ ਜਿਹੜਾ ਵਾ ਉਹ ਹਰਿਆਣੇ ਤੇ ਪੰਜਾਬ ਦੇ ਕਿਸਾਨਾਂ ਦੇ ਲੋਕਾਂ ਦੇ ਵਿੱਚ ਹੋਇਆ। ਅੱਜ ਇਹ ਦੋਵੇਂ ਭਰਾ ਜਿਹੜਾ ਧੱਕਾ ਹੋ ਰਿਹਾ ਉਹਦੇ ਖਿਲਾਫ ਇਕੱਠੇ ਹੋ ਕੇ ਲੜ ਰਹੇ ਨੇ। ਪਰ ਇਹ ਚੀਜ਼ ਸਰਕਾਰ ਨੂੰ ਵਾਰਾ ਨਹੀਂ ਖਾਂਦੀ। ਬੀਜੇਪੀ ਤੇ ਜਨ ਨਾਇਕ ਪਾਰਟੀ ਦੇ ਲੀਡਰਾਂ ਨੇ ਇੱਕ ਨਵਾਂ ਡਰਾਮਾ ਖੇਡਿਆ। ਅੱਜ SYL ਦਾ ਮੁੱਦਾ ਲੈ ਕੇ ਦੁਬਾਰਾ ਗੜੇ ਮੁੱਢੇ ਨੂੰ ਚੁੱਕ ਕੇ ਅੱਜ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਗਈ ਆ। ਪਰ ਮੈਂ ਵਧਾਈ ਦਿੰਦਾ ਹਰਿਆਣੇ ਦੇ ਲੋਕਾਂ ਨੂੰ। ਉਹ 309 ਪਿੰਡਾਂ 'ਚ 100 ਬੰਦਾ ਵੀ ਨਹੀਂ ਉਸ ਭੁੱਖ ਹੜਤਾਲ ਦੇ ਵਿੱਚ ਇਹਨਾਂ ਦਾ ਸਾਥ ਦੇਣ ਆਇਆ। ਅੱਜ ਇਹ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਜੋ ਪਿਆਰ ਪੰਜਾਬ ਅਤੇ ਹਰਿਆਣੇ ਦਾ ਆਪਸ ਦੇ ਵਿੱਚ ਇਹ ਹਮੇਸ਼ਾ ਬਰਕਰਾਰ ਰਹੂਗਾ। ਅਸੀਂ ਇਕੱਠੇ ਹੋ ਕੇ ਇਸ ਲਟੇਰੀ ਸਰਕਾਰ ਦੇ ਨਾਲ ਜਿਹੜੀ ਨਾਰਥ ਬਲਾਕ 'ਚੋਂ ਨਹੀਂ ਚੱਲਦੀ, ਜਿਹੜੀ ਨਾਰਥ ਬਲਾਕ 'ਚੋਂ ਹੁਕਮ ਨਹੀਂ ਆਉਂਦਾ, ਇਸ ਸਰਕਾਰ ਦੇ ਜਿੰਨੇ ਹੁਕਮ ਆ ਉਹ ਬੰਬਿਓ ਐਂਟਲਾ 'ਚੋਂ ਆਉਂਦੇ ਨੇ। ਇਸ ਸਰਕਾਰ ਦੇ ਦਾਮਨਕਾਰੀ ਸਰਕਾਰ ਦੇ ਖਿਲਾਫ ਅਸੀਂ ਡਟ ਕੇ ਲੜਾਂਗੇ ਤੇ ਜਿੱਤਾਂਗੇ। ਤੁਸੀਂ ਕਹਿ ਰਹੇ ਹੋ ਡਿੰਪਲ ਜੀ ਕਿ ਉੱਥੇ ਜਿਹੜਾ ਤੁਸੀਂ ਡਟੇ ਰਹੋਗੇ। 13 ਦਿਨ ਤੁਹਾਨੂੰ ਹੋ ਗਏ ਨੇ ਇੱਥੇ ਬੈਠੇ ਹੋਏ ਤੇ ਹੁਣ ਜੀਰਾ ਜੀ ਭੁੱਖ ਹੜਤਾਲ ਤੇ ਨੇ ਤੇ ਤੁਸੀਂ ਪਰਸੋਂ ਤੋਂ ਭੁੱਖ ਹੜਤਾਲ ਤੇ ਜਾ ਰਹੇ ਹੋ। ਪਰ ਸਰਕਾਰ ਨੇ ਕੱਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਉਹ ਗੱਲਬਾਤ ਕਰਨ ਲਈ ਤਿਆਰ ਨੇ। ਇਹ ਜਿਹੜਾ ਸਿਰਫ ਹੈ ਕੁਪ੍ਰਚਾਰ ਹੈਗਾ ਜਿਹੜਾ ਵਿਰੋਧੀ ਧਿਰਾਂ ਵੱਲੋਂ ਕੀਤਾ ਜਾ ਰਿਹਾ। ਬਿੱਲ ਵਾਪਸੀ ਦੇ ਕੋਈ ਸੰਕੇਤ ਨਹੀਂ ਹੈ। ਦੇਖੋ ਇੱਕ ਗੱਲ ਮੈਂ ਦੱਸਣੀ ਚਾਹੁੰਦਾ ਤੁਹਾਨੂੰ, ਇਹ ਜਿਹੜੀ ਬੀਜੇਪੀ ਆ ਇਹ ਝੂਠ ਦਾ ਪ੍ਰਚਾਰ ਕਰਦੀ ਤੇ ਬੜਾ ਦੰਬ ਕੇ ਪ੍ਰਚਾਰ ਕਰਦੀ। ਇਹ ਜਿੰਨੇ ਹੋ ਕੇ ਇੱਕ ਲੋਕ ਘੋਲ ਬਣ ਗਿਆ, ਇੱਕ ਜਨਤਾ ਦੀ ਲਹਿਰ ਬਣ ਗਈ ਹੈ। ਇਹ ਲਹਿਰ ਜਿਹੜੀ ਹੈ ਇਹ ਕਦਾਰਦਾਸ ਤੇ ਹੜ ਤੋਂ ਵੀ ਜ਼ਿਆਦਾ ਵਾ। ਇਹ ਸਰਕਾਰ ਨੂੰ ਜਿਹੜਾ ਰੋੜ ਕੇ ਲੈ ਜਾਏਗਾ। ਸੋ ਇਹਨਾਂ ਨੂੰ ਇਹ ਬਿੱਲ ਵਾਪਸ ਲੈਣੇ ਹੀ ਪੈਣੇ ਆ। ਅੱਜ ਲੈ ਲੈਣ, ਕੱਲ੍ਹ ਲੈ ਲੈਣ, ਕੰਨ ਸਿੱਧਾ ਫੜ ਲੈਣ, ਉਲਟਾ ਫੜ ਲੈਣ। ਇਹ ਕਹਿੰਦੇ ਆ ਕਿ ਅਸੀਂ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਨਾਲ ਗੱਲ ਕਰ ਰਹੇ ਹਾਂ। ਉਹਨਾਂ ਨੇ ਕੱਛ 'ਚ ਜਾ ਕੇ ਜਿਹੜਾ ਸਿੱਖ ਭਾਈਚਾਰੇ ਦੇ ਉੱਥੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਵੀ ਇਹ ਤੁਹਾਨੂੰ ਸਿਰਫ ਭਰਮਾ ਰਹੇ ਨੇ। ਇਹੀ ਚੀਜ਼ ਉਹਨਾਂ ਨੇ ਮੱਧ ਪ੍ਰਦੇਸ਼ 'ਚ ਵੀ ਕੀਤੀ। ਹੁਣ ਉਹਨਾਂ ਨੇ ਅਗਲੀ ਡੇਟ ਦੇ ਦਿੱਤੀ ਹੈ ਕਿ ਅਸੀਂ 25 ਤਰੀਕ ਨੂੰ ਦੁਬਾਰਾ ਮੈਂ ਕਿਸਾਨਾਂ ਨਾਲ ਗੱਲਬਾਤ ਕਰਾਂਗਾ। ਪਰ ਕਿਹੜੇ ਕਿਸਾਨਾਂ ਨਾਲ ਕਰਾਂਗਾ ਇਹ ਸਪਸ਼ਟ ਨਹੀਂ ਕੀਤਾ। ਦੇਖੋ ਜਿਹੜੇ ਕਿਸਾਨ ਜਿਹੜੇ ਮੀਡੀਆ ਦੇ ਅੱਗੇ ਕਿਸਾਨ ਦਾ ਚੋਲਾ ਪਵਾ ਕੇ ਮੋਦੀ ਸਾਹਿਬ ਬੀਜੇਪੀ ਦੇ ਕਾਰਜਕਰਤਾ ਨੂੰ ਅੱਗੇ ਪੇਸ਼ ਕਰ ਰਹੇ। ਇਹ ਤੁਸੀਂ ਮੱਧ ਪ੍ਰਦੇਸ਼ ਗੁਜਰਾਤ ਕਿਉਂ ਜਾਂਦੇ ਹੋ? ਇੱਥੇ ਬੈਠੇ ਕਿਸਾਨਾਂ ਦੀ ਗੱਲ ਕਰਨ। ਆ ਮੱਧ ਪ੍ਰਦੇਸ਼ ਦੀਆਂ ਮੈਨੂੰ ਵੀਡੀਓਜ਼ ਆਈਆਂ ਨੇ ਕੱਲ। ਜਿਹੜੇ ਲੋਕ ਉਹ ਬੁਲਾਏ ਆ ਉੱਥੇ ਕਿਸਾਨ ਸੰਮੇਲਨ ਦੇ ਵਿੱਚ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਣੀ, ਕਿਸੇ ਨੂੰ ਟਿਊਬਵੈੱਲ ਦਾ 10,000 ਮਿਲਣਾ, ਕਿਸੇ ਨੂੰ 15 ਮਿਲਣਾ, ਉਹਨਾਂ ਦੀ ਰਜਿਸਟ੍ਰੇਸ਼ਨ ਕਰਾਈ। ਉਹ ਜਦੋਂ ਉਸ ਸੰਮੇਲਨ 'ਚੋਂ ਬਾਹਰ ਆਏ ਤੇ ਸਾਰੇ ਕਿਸਾਨਾਂ ਨੂੰ ਮੀਡੀਆ ਵਾਲਿਆਂ ਦੇ ਤੁਹਾਡੇ ਵਰਗਿਆਂ ਨੇ ਪੁੱਛਿਆ, 90% ਕਿਸਾਨਾਂ ਨੇ ਕਿਹਾ ਜੀ ਅਸੀਂ ਉਸ ਅੰਦੋਲਨ ਦਾ ਸਮਰਥਨ ਕਰਦੇ। ਸੋ ਇਹ ਜੋ ਮਰਜ਼ੀ ਕਰ ਲੈਣ, ਇਹ ਇਹਨਾਂ ਕੋ ਰੁਕਣਾ ਨਹੀਂ, ਇਹ ਥੰਮਣਾ ਨਹੀਂ। ਇਹ ਸਹੀ ਮੈਨੇ 'ਚ ਇਸ ਅੰਦੋਲਨ ਨੇ ਮੋਦੀ ਸਰਕਾਰ ਨੂੰ ਥੱਲੇ ਆਉਣ ਨੂੰ ਰੋੜਤਾ। ਇਹ ਹੁਣ ਥੱਲੇ ਆਉਣ ਦੀ ਸਪੀਡ ਵਧਣੀ ਆ, ਇਹ ਥੰਮਣੀ ਨਹੀਂ। ਜੀਰਾ ਜੀ ਇੱਕ ਸਵਾਲ ਤੁਹਾਡੇ ਤੋਂ ਹੈ ਕਿ ਪੰਜਾਬ ਦੀ ਸਿਆਸਤ ਦੇ ਨਾਲ ਨਾਲ ਦਿੱਲੀ ਦੀ ਸਿਆਸਤ 'ਚ ਵੀ ਥੋੜ੍ਹਾ ਘਟਨਾਕ੍ਰਮ ਜਿਹੜਾ ਉਹ ਤੇਜ਼ੀ ਨਾਲ ਵੱਧ ਰਿਹਾ। ਜਿਵੇਂ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਉਹਨਾਂ ਨੇ ਜਿਹੜੀਆਂ ਕਾਪੀਆਂ ਫਾੜੀਆਂ ਨੇ। ਇਹ ਪੰਜਾਬ ਦੀ ਸਿਆਸਤ 'ਚ ਕੀ ਨਵੇਂ ਤੁਹਾਨੂੰ ਲੱਗ ਰਿਹਾ ਕਿ ਕੁਝ ਉਹਨਾਂ ਦੀ ਹਿਮਾਇਤ ਵਧੇਗੀ? ਕੀ ਇਹਦਾ ਤੁਸੀਂ ਦੇਖ ਰਹੇ ਹੋ ਅੱਗੇ? ਗੱਲ ਇਹ ਹੈ ਕਿ ਯੂ ਟਰਨ ਲੈਣਾ, ਜਿਹੜਾ ਬੰਦਾ ਯੂ ਟਰਨ ਲੈਂਦਾ ਉਹ ਕਦੀ ਵੀ ਕਾਮਯਾਬ ਨਹੀਂ ਹੁੰਦਾ। ਔਰ ਇਹਨਾਂ ਨੇ ਹਮੇਸ਼ਾ ਹੀ ਕੋਈ ਵੀ ਫੈਸਲਾ ਜਿਹੜਾ ਹੈ ਉਹਦੇ ਤੇ ਕਦੀ ਵੀ ਸਟੈਂਡ ਨਹੀਂ ਕੀਤਾ ਗਾ। ਪਹਿਲਾਂ ਇਹਨਾਂ ਨੇ ਬਿੱਲ ਜਿਹੜੇ ਉਹ ਪਾਸ ਕੀਤੇ
ਫਿਰ ਉਦੋਂ ਬਾਅਦ ਦੇ ਵਿੱਚ ਜਦੋਂ ਦਬਾਅ ਇੰਨਾ ਜ਼ਿਆਦਾ ਬਣ ਗਿਆ, ਜਦੋਂ ਇਹਨਾਂ ਨੂੰ ਪੰਜਾਬ ਦੇ MLA ਸਾਹਿਬਾਨਾਂ ਨੇ ਕਿਹਾ ਕਿ ਸਾਨੂੰ ਤਾਂ ਪਿੰਡਾਂ 'ਚ ਨਹੀਂ ਕਿਸੇ ਨੇ ਵੜਨ ਦੇਣਾ, ਕਿਉਂਕਿ ਲੋਕ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਇੱਕ ਬੰਨੇ ਵਿਰੋਧ ਕਰਦੇ ਹੋ, ਦੂਜੇ ਬੰਨੇ ਤੁਹਾਡਾ ਜਿਹੜਾ ਮੁੱਖ ਮੰਤਰੀ ਉਹ ਬਿੱਲ ਪਾਸ ਕਰਦਾ। ਸਿਰਫ ਇੱਕ ਇਹ ਹੈ ਕਿ ਉਹਨਾਂ ਗੱਲਾਂ ਤੋਂ, ਉਹਨਾਂ ਤਾਣਿਆਂ ਮਿਹਨਿਆਂ ਤੋਂ ਬਚਣ ਲਈ, ਇੱਕ ਲੋਕਾਂ ਦੇ ਵਿੱਚ ਜਾਣ ਲਈ ਇੱਕ ਇਹਨਾਂ ਨੇ ਜਿਹੜਾ ਡਰਾਮਾ ਕੀਤਾ। ਬਾਕੀ ਸਾਰਾ ਕੁਝ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਕਿ ਚਾਹੇ ਦੇਸ਼ ਬੰਦ ਹੋਵੇ ਪਰ ਦਿੱਲੀ ਕਦੀ ਬੰਦ ਨਹੀਂ ਹੋਈ, ਕਿਉਂਕਿ ਇਹ ਤਾਂ ਜਿਹੜੇ ਅੰਬਾਨੀ ਤੇ ਅਡਾਨੀ ਦੇ ਜਿਹੜੇ ਤੋਤੇ ਨੇ, ਜੋ ਉਹ ਕਹਿੰਦੇ ਅੰਬਾਨੀ ਤੇ ਅਡਾਨੀ, ਉਵੇਂ ਹੀ ਅਮਿਤ ਸ਼ਾਹ ਬੋਲਦਾ, ਉਵੇਂ ਹੀ ਨਰਿੰਦਰ ਮੋਦੀ ਜੀ ਬੋਲਦੇ, ਉਵੇਂ ਹੀ ਕੇਜਰੀਵਾਲ ਬੋਲਦੇ ਆ। ਇਹ ਸਿਰਫ ਇਹ ਆ ਕਿ ਫਰਜ਼ੀ ਵਾਲ ਸਰਕਾਰ ਆ ਜਿਹੜੀ ਯੂ ਟਰਨ ਲੈਣਾ ਜਾਣਦੀ ਹੈ। ਮੈਂ ਇਹਨਾਂ ਨੂੰ ਕਹਿੰਦਾ ਇੱਕ ਸਟੈਂਡ ਤੇ ਰਹੋ, ਕਿਉਂਕਿ ਅੱਜ ਅਸੀਂ ਉਸੇ ਵਿਧਾਨ ਸਭਾ 'ਚ ਬੈਠੇ ਹਾਂ, ਇਹ ਕੇਜਰੀਵਾਲ ਦੀ ਵਿਧਾਨ ਸਭਾ ਹੈ। ਜੇ ਵਾਕਈ ਕਿਸਾਨੀ ਦਾ ਦਰਦ ਹੈਗਾ ਤੇ ਉਹਨਾਂ ਦੇ MLA ਜਿਹੜੇ ਜਾ ਕੇ ਨੇ ਉਹ ਪੰਜਾਬ ਭਵਨ 'ਚ ਕਿਉਂ ਬੈਠੇ ਨੇ, ਉਹ ਇੱਥੇ ਆਣ ਕੇ ਬਹਿਣ। ਮੈਂ ਜਦੋਂ ਕਿਹਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਜੇ ਇੱਥੇ ਨਹੀਂ ਬਹਿਣਾ ਪੰਜਾਬ ਭਵਨ ਦੇ ਲਾਉਣ ਦੇ ਵਿੱਚ ਬਹਿ ਜਾਣ, ਜੇ ਨਹੀਂ ਬਹਿਣਾ ਕਿਸੇ ਹੋਰ ਕਿਤੇ ਬਹਿ ਜਾਣ, ਕਿਸੇ ਸੜਕ ਤੇ ਹੋਰ ਮੱਲ ਲੈਣ। ਪਰ ਗੱਲ ਤੇ ਇਹ ਕਿ ਇੱਕ ਵਾਰ ਲੋਕਾਂ ਦੇ ਵਿੱਚ ਆਉਣ ਤਾਂ ਸੀ ਕਿ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ। ਇਹ ਸਿਰਫ ਜਿਹੜਾ ਵਿਖਾਵਾ ਕਰਦੇ ਨੇ, ਪਖੰਡ ਕਰਦੇ ਨੇ। दिल्ली सियासत की बात चली है तो अनिल जी जो यहाँ पंजाब दिल्ली कांग्रेस के अध्यक्ष भी हैं, मेरा सवाल एक आपसे है कि दिल्ली में जो अभी ये सब चल रहा है, जो बात मैंने अभी जीरा जी से करी, तो आप इसको किस तरह से देखते हैं? क्या वो किसानों की समर्थन में उन्होंने बिल जो फाड़े हैं वो उनका सही कदम है? देखिए, मैं समझता हूँ अरविंद की आपको पॉलिटिक्स को समझना पड़ेगा। अरविंद को जब लगता है कि उसका राजनीतिक नुकसान हो रहा है तो अरविंद हमेशा इस तरह के यू टर्न लेता है। आपको समझना पड़ेगा किसानों के साथ अरविंद केजरीवाल कब डटे हुए थे। जब किसान वहाँ पंजाब में आवाज़ उठा रहा था, जब वो दिल्ली आने की बात कर रहा था, तो अरविंद केजरीवाल यहाँ उन 3 काले कानूनों को नोटिफाई करने के काम कर रहे थे। दिल्ली में नोटिफिकेशन, दिल्ली राजपत्र उन्होंने लागू कर दिया। एंड 2016 का आप उनका ट्वीट देखेंगे, ऑफिशियल ट्वीट देंगे, तो वहाँ पे भी प्राइवेट की वो बात कर रहे हैं, कृषि एग्रीकल्चर को लेकर के। तो अरविंद की जो मंशा है पूरी तरह से पॉलिटिकल है। जिस तरह से उन्होंने ड्रामा किया है, जिस तरह से किसानों की बात को दबाने को लेकर के दिल्ली में लड़ाई दिखाई जा रही है भ्रष्टाचार के नाम पर, तो मैं आज भी मैंने सवाल पूछे हैं कि अरविंद बताएं कि आपने जो 3 काले कानून फाड़े, आपने वो नोटिफिकेशन फाड़ा क्या? किसी भी समाचार पत्र में देखें, किसी खबर में देखें, कहीं ये नहीं लिखा कि अरविंद ने उनको निरस्त किया। दिल्ली का नोटिफिकेशन दिल्ली सरकार ने जारी किया है। क्या वो नोटिफिकेशन आपने निरस्त किया? नहीं किया। आपने वहाँ पे स्टंटबाजी की है, ड्रामा किया है, आपने किसानों के साथ सहानुभूति दर्ज करने की कोशिश की। ऐसा नहीं है। पूरी तरह से अरविंद पूंजीपतियों के साथ है। जो फंडिंग बीजेपी को मिल रही है वही फंडिंग अरविंद को भी दिल्ली में मिल रही है। उसी के आधार पर चुनाव लड़े। याद होगा दिल्ली में जब अन्ना आंदोलन शुरू हुआ था, तब से अरविंद की आप बातों को देखें, झूठ बोलने का काम अरविंद ने किया है और झूठ के ऊपर पहुंचे जरूर हैं, मुख्यमंत्री जरूर बने हैं, लेकिन सही मायने में अरविंद का जो करेक्टर है उसके मैं जोशी जी आपसे एक बात पूछती हूँ। जब हम बुराड़ी, जिस दिन उन्होंने बुराड़ी के लिए एक किसानों को बोला था कि आप बुराड़ी जाके वहाँ पे आप इसको प्रदर्शन स्थल बनाइए, तो वहाँ पे किसानों के आने से पहले एक पोस्टर आपका लगा हुआ था और एक पोस्टर जो है वो कांग्रेस का लगा हुआ था। दोनों का किसानों की हिमायत के लिए वहाँ पे पहले से ही प्रचार जो है, जो बीजेपी के शब्दों में हम कहें कि प्रचार पहले से ही शुरू हो गया। तो हर कोई इस तरह की सियासत तो कर ही रहा है। देखिए, आप देखेंगे जब से ये बिल पार्लियामेंट में लागू किया गया, अध्यादेश के माध्यम से लागू किया, कांग्रेस पार्टी अपनी आवाज़ मुखर करी। यहाँ सांसद साहब बैठे हैं, MLA साहब बैठे हैं। ये बात राहुल गांधी जी पार्लियामेंट में उठा करके नहीं, केवल रोड पे भी गई, पंजाब के किसानों के बीच में भाजपा ने वहाँ भी रोकने की कोशिश की, दबाने की कोशिश की। तो हमारा तो किसानों को लेकर के अभिनंदन एकमात्र बैनर था कि आप आ रहे हैं, दिल्ली में पधारे हैं। दिल्ली उनकी राजधानी है। दिल्ली शहर जितना हमारा है उतना ही देशवासियों का भी शहर है। सो हमारे बैनर को लेकर के सवाल है, तो मैं कहना चाहता हूँ कि किसानों के अभिनंदन को लेकर के राहुल गांधी जी खुद बोल करके आए, खुद उनके साथ शामिल हुए, ट्रैक्टर यात्रा निकाली गई, उनकी आवाज़ को दिल्ली लेकर पहुँचे। तो जो पंजाब का किसान जो सड़क पे था, रेल पटरी में बैठा था, शांतिपूर्ण तरीके से अपनी बात दिल्ली में पहुंचाने की कोशिश कर रहा था, लेकिन यहाँ की सरकार जो अनसुना कर रही थी, उसको लेकर के जब किसानों ने कूच किया, जब कॉल की और दिल्ली में उनको रोक दिया गया और उनके लिए अस्थायी जेल बनाने का जो काम अरविंद ने और दिल्ली सरकार के साथ भारत सरकार ने मिलकर के बुराड़ी के मैदान में करने की कोशिश की, तो हमारी तो सिर्फ ये एक पहल थी कि वो आए हैं किसान, हम उनका अभिनंदन करें। उनकी सेवा में हमने रसोई भी चलाई, हम जो कर सकते थे अभी भी हम कर पा रहे हैं, एक निस्वार्थ सेवा भाव से कर पा रहे हैं। डिंपल जी, यही सवाल ਤੁਹਾਡੇ ਤੋਂ ਕਿ ਇਹ ਜਿਹੜਾ ਦਿੱਲੀ 'ਚ ਜਿਹੜਾ ਆਪ ਵਰਸਸ ਬੀਜੇਪੀ ਵਰਸਸ ਕਾਂਗਰਸ ਚੱਲ ਰਿਹਾ ਕਿਸਾਨਾਂ ਦੇ ਨਾਂ ਤੇ, ਇਹੀ ਕਿਹਾ ਜਾ ਰਿਹਾ ਕਿ ਸਾਰੇ ਆਪੋ ਆਪਣੀ ਸੂਬਾਈ ਸਿਆਸਤ ਜਿਹੜੀ ਉਹ ਚਮਕਾ ਰਹੇ ਨੇ ਤਿੰਨੋਂ ਪਾਰਟੀਆਂ। ਵੇਖੋ, ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਜੀ,
ਬੀਜੇਪੀ ਤੇ ਜੋ ਆ ਉਹ ਤਾਂ ਤਹਿਸ ਹੋ ਚੁੱਕੀ ਹੈ। ਕਿਸਾਨ ਉਹਦੇ ਤੇ ਨਾ ਦਬਾਰ ਕਰੇ ਤੇ ਨਾ ਬੀਜੇਪੀ ਨੂੰ ਦੇ ਨਾਲ ਕਿਸਾਨ ਚੱਲੇ। ਜਿੱਥੋਂ ਰਹਿ ਗਈ ਅਰਵਿੰਦ ਕੇਜਰੀਵਾਲ ਦੀ ਗੱਲ, ਅਰਵਿੰਦ ਕੇਜਰੀਵਾਲ ਜੀ ਦਾ ਨਾ ਇੱਕ ਬੜਾ ਵਧੀਆ ਫਾਰਮੂਲਾ ਵਾ, ਔਡ ਈਵਨ ਫਾਰਮੂਲਾ। ਜਿਸ ਦਿਨ ਔਡ ਹੁੰਦਾ ਵਾ ਉਸ ਦਿਨ ਅਰਵਿੰਦ ਜੀ ਕਿਸਾਨਾਂ ਨਾਲ ਹੁੰਦੇ ਆ, ਜਿਸ ਦਿਨ ਈਵਨ ਹੁੰਦਾ ਵਾ ਉਦੋਂ ਕੇਂਦਰ ਦੀ ਸਰਕਾਰ ਦਾ ਹੁੰਦੇ, ਤੇ ਜਾਂ ਫਿਰ ਉਹਨਾਂ ਨਾਲ ਅਡਾਲੀਆਂ ਬਾਦੀਆਂ ਦਾ ਹੁੰਦੇ। ਉਹ ਤਾਂ ਬੜਾ ਕਲੀਅਰ ਫਾਰਮੂਲਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।